ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ USA ਟਾਈਮਜ਼ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦੇ ਕੁਝ ਮੁੱਦੇ ਕੁਝ ਮਾਮਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ। ਅੱਜ ਇੱਕ ਤਾਂ ਅਮਰੀਕਾ ਦੀ ਇਮੀਗ੍ਰੇਸ਼ਨ ਪਾਲਿਸੀ ਬਾਰੇ ਗੱਲਬਾਤ ਕਰਨੀ ਹੈ। ਦੂਜੇ ਨੰਬਰ ਦੇ ਉੱਤੇ ਰਾਸ਼ਟਰਪਤੀ ਬਾਈਡਨ ਜਿਹੜੀ ਇਮੀਗ੍ਰੇਸ਼ਨ ਦੀ ਸਥਿਤੀ ਦੇਖਣ ਦੇ ਲਈ ਬਾਰਡਰ ਦੇ ਉੱਤੇ ਪਹੁੰਚੇ ਸੀ, ਕੀ ਗੱਲਬਾਤ ਹੋਈ ਹੈ। ਤੀਜੇ ਨੰਬਰ ਦੇ ਉੱਤੇ ਜਿਹੜਾ ਆਪਾਂ ਲਗਾਤਾਰ ਮੁੱਦਾ ਚਰਚਾ ਦੇ ਵਿੱਚ ਕਰਦੇ ਹੁੰਦੇ ਸੀ ਕਿ ਅਮਰੀਕਾ ਦੇ ਵਿੱਚ ਹਾਊਸ ਸਪੀਕਰ ਨਹੀਂ ਆ, ਉਹ ਮਾਮਲਾ ਹੱਲ ਹੋ ਗਿਆ। ਤੇ ਚੌਥੀ ਗੱਲਬਾਤ ਅੱਜ ਆਪਾਂ ਕਰਨੀ ਆ ਕਿ ਵਰਜੀਨੀਆ ਦੇ ਵਿੱਚ ਇੱਕ 6 ਸਾਲਾ ਬੱਚੇ ਨੇ ਆਪਣੇ ਟੀਚਰ ਨੂੰ ਗੋਲੀ ਮਾਰ ਦਿੱਤੀ। ਤੇ ਆਖਰੀ ਗੱਲ ਕਰਨੀ ਆ ਆਪਾਂ ਜਿਹੜੀ ਬ੍ਰਾਜ਼ੀਲ ਦੇ ਵਿੱਚ ਅਮਰੀਕਾ ਦੇ ਵਾਂਗੂ ਹੀ ਹਿੰਸਾ ਹੋਈ ਆ, ਦੋਵੇਂ ਪੈਟਰਨ ਆਪਸ 'ਚ ਰਲਦੇ ਆ, ਕੀ ਗੱਲਬਾਤ ਆ। ਸਭ ਤੋਂ ਪਹਿਲੀ ਗੱਲਬਾਤ ਅੱਜ ਇਮੀਗ੍ਰੇਸ਼ਨ ਪਾਲਿਸੀ ਬਾਰੇ। ਅਮਰੀਕਾ ਦੀ ਇਮੀਗ੍ਰੇਸ਼ਨ ਪਾਲਿਸੀ ਮਾਮਲਾ ਕਿਉਂ, ਅਮਰੀਕਾ ਦੀ ਇਮੀਗ੍ਰੇਸ਼ਨ ਪਾਲਿਸੀ ਦਾ ਮਾਮਲਾ ਕਿਉਂ ਚਰਚਾ ਦੇ ਵਿੱਚ ਆਉਂਦਾ। ਅਮਰੀਕਾ ਦੇ ਨਾਲ ਲੱਗਦਾ ਦੇਸ਼ ਕੈਨੇਡਾ ਦੇ ਵਿੱਚ ਵੀ ਜਿਹੜੀ ਪਾਪੂਲੇਸ਼ਨ ਉਹਦੀ ਉਸੇ ਤਰ੍ਹਾਂ ਦੀ ਹਾਲਤ ਆ ਜਿਸ ਤਰ੍ਹਾਂ ਦੀ ਅਮਰੀਕਾ ਦੇ ਵਿੱਚ। ਹਾਲਾਂਕਿ ਅਮਰੀਕਾ ਦੇ ਵਿੱਚ ਕੈਨੇਡਾ ਨਾਲੋਂ 10 ਗੁਣਾ ਜ਼ਿਆਦਾ ਪਾਪੂਲੇਸ਼ਨ ਆ, ਪਰ ਇਹ ਸਾਰੀ ਏਜਿੰਗ ਪਾਪੂਲੇਸ਼ਨ ਆ। ਇੱਥੇ ਜਾਂ ਤਾਂ ਬਜ਼ੁਰਗ ਨੇ ਤੇ ਜਾਂ ਬੱਚੇ ਨੇ। ਵਿਚਕਾਰਲਾ ਵਰਗ ਜਿਹੜਾ ਕੰਮ ਵਾਲਾ ਵਰਗ ਹੁੰਦਾ, ਜਿਹਨੇ ਟੈਕਸ ਦੇਣਾ ਹੁੰਦਾ ਸਰਕਾਰ ਨੂੰ, ਤੇ ਜਿਹਦੇ ਟੈਕਸ ਦੇ ਨਾਲ ਫਿਰ ਬਜ਼ੁਰਗਾਂ ਨੂੰ ਪੈਨਸ਼ਨ ਦੇਣੀ ਹੁੰਦੀ ਆ ਤੇ ਬੱਚਿਆਂ ਨੂੰ ਜਿਹੜੇ ਉਹਨਾਂ ਦੇ ਬੈਨੀਫਿਟ ਦੇਣੇ ਹੁੰਦੇ ਆ, ਉਹ ਕੰਮ ਕਰਨ ਵਾਲਾ ਵਰਗ ਹੈ ਨਹੀਂ, ਨਾ ਅਮਰੀਕਾ 'ਚ ਨਾ ਕੈਨੇਡਾ 'ਚ। ਹੁਣ ਜਦੋਂ ਦੋਹਾਂ ਦੇਸ਼ਾਂ ਦੀਆਂ ਇਮੀਗ੍ਰੇਸ਼ਨ ਪਾਲਿਸੀਜ਼ ਨੂੰ ਦੇਖਦੇ ਹਾਂ ਤਾਂ ਇਹਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ। ਕੈਨੇਡਾ ਦੀ ਇਮੀਗ੍ਰੇਸ਼ਨ ਪਾਲਿਸੀ ਬਹੁਤ ਸਾਰੇ ਲੋਕਾਂ ਨੂੰ ਇੱਥੇ ਸੱਦਣਾ ਚਾਹੁੰਦੀ ਆ, ਧੜਾ ਲੋਕ ਇੱਥੇ ਆ ਰਹੇ ਆ। ਅਮਰੀਕਾ ਦੀ ਇਮੀਗ੍ਰੇਸ਼ਨ ਪਾਲਿਸੀ ਦੇ ਵਿੱਚ ਰਿਫਾਰਮ ਹੋਇਆ ਹੀ ਨਹੀਂ, ਉੱਥੇ ਬਦਲਾਅ ਉਹਨਾਂ ਨੇ ਕੋਈ ਕੀਤਾ ਹੀ ਨਹੀਂ। ਦੋਵੇਂ ਦੇਸ਼ਾਂ ਦੇ ਵਿੱਚ ਲੇਬਰ ਸ਼ਾਰਟੇਜ ਦਾ ਮਾਮਲਾ ਆ, ਦੋਵੇਂ ਸਰਕਾਰਾਂ ਲੇਬਰ ਸ਼ਾਰਟੇਜ ਦੇ ਨਾਲ ਜੂਝ ਰਹੀਆਂ। ਕੈਨੇਡਾ ਨੇ ਐਲਾਨ ਕੀਤਾ ਕਿ 1.5 ਮਿਲੀਅਨ ਦੇ ਕਰੀਬ ਇਮੀਗ੍ਰੈਂਟਸ 2025 ਤੱਕ ਇੱਥੇ ਸੱਦੇ ਜਾਣਗੇ, ਜਿਹਦੇ ਵਿੱਚ ਟ੍ਰੇਨਡ ਹੈਲਥ ਕੇਅਰ ਤੇ ਦੂਜੇ ਜਿਹੜੇ ਅਰਜੈਂਟਲੀ ਨੀਡਡ ਜੌਬਸ ਨੇ ਉਹ ਲੋਕ ਵੀ ਇੱਥੇ ਹੋਣਗੇ। ਅਮਰੀਕਾ ਦੇ ਵਿੱਚ ਵੀ ਬਹੁਤ ਸਾਰੇ ਲੋਕ ਇੱਦਾਂ ਚਾਹੁੰਦੇ ਆ ਕਿ ਉੱਥੇ ਇਮੀਗ੍ਰੇਸ਼ਨ ਹੋਵੇ, ਪਰ ਇਮੀਗ੍ਰੇਸ਼ਨ ਹੋ ਨਹੀਂ ਰਹੀ। ਹੁਣ ਮਾਮਲਾ ਕੀ ਹੈ ਕਿ ਅਮਰੀਕਾ ਦੇ ਵਿੱਚ ਸਰਕਾਰ ਇਹ ਨਹੀਂ ਚਾਹੁੰਦੀ ਕਿ ਇੱਥੇ ਲੋਕ ਆਉਣ ਜਿਸ ਤਰ੍ਹਾਂ ਕੈਨੇਡਾ ਦੀ ਸਰਕਾਰ ਚਾਹੁੰਦੀ ਆ। ਕਈ ਵਾਰੀ ਲੋਕਾਂ ਨੇ ਇਸ ਤਰ੍ਹਾਂ ਦੇ ਜਿਹੜੇ ਲੈਜਿਸਲੇਸ਼ਨ ਦੇ ਵਿੱਚ ਬਿੱਲ ਲੈ ਕੇ ਵੀ ਆਉਂਦੇ ਆ, ਪਰ ਉਹ ਸਾਰੇ ਦੇ ਸਾਰੇ ਰੁਕ ਗਏ ਕਿਉਂਕਿ ਜਿਹੜੇ ਰਿਪਬਲਿਕਨ ਤੇ ਡੈਮੋਕ੍ਰੇਟਸ ਦੇ ਐਫਰਟਸ ਨੇ ਉਹ ਇੱਕ ਦੂਜੇ ਦੇ ਨਾਲ ਦੋਵਾਂ ਥਾਵਾਂ ਦੇ ਉੱਤੇ ਰਲਦੇ ਨਹੀਂ। ਅਮਰੀਕਾ ਦੇ ਵਿੱਚ ਰੌਲਾ ਕੀ ਆ ਕਿ ਜਿਹੜੇ ਰਿਪਬਲਿਕਨ ਨੇ ਤੇ ਡੈਮੋਕ੍ਰੈਟਸ ਨੇ ਇਮੀਗ੍ਰੇਸ਼ਨ ਦੇ ਮੁੱਦੇ ਦੇ ਉੱਤੇ ਦੋਵੇਂ ਇੱਕ ਦੂਜੇ ਦੇ ਉਲਟ ਨੇ, ਆਮੋ ਸਾਹਮਣੇ ਖੜੇ ਨੇ। ਜੇ ਇੱਕ ਥੋੜ੍ਹਾ ਜਿਹਾ ਇਮੀਗ੍ਰੇਸ਼ਨ ਨੂੰ ਖੋਲ੍ਹਣਾ ਚਾਹੁੰਦੇ ਆ ਤੇ ਜਿਹੜੇ ਦੂਜੇ ਨੇ ਉਹ ਉਹਨੂੰ ਹੌਲੀ ਹੌਲੀ ਰੋਕਣਾ ਚਾਹੁੰਦੇ ਆ, ਜਾਂ ਕਦੇ ਦੀਵਾਰ ਬਣਾਉਣ ਦੀ ਗੱਲ ਆਉਂਦੀ ਆ ਜਾਂ ਦੂਜੀਆਂ ਗੱਲਾਂ ਕੀਤੀਆਂ ਜਾਂਦੀਆਂ। ਕੈਨੇਡਾ ਦੇ ਵਿੱਚ ਫਰਕ ਕੀ ਆ, ਕੈਨੇਡਾ ਦੇ ਵਿੱਚ ਦੋਵੇਂ ਵੱਡੀਆਂ ਪਾਰਟੀਆਂ, ਲਿਬਰਲ ਪਾਰਟੀ ਤੇ ਕੰਜ਼ਰਵੇਟਿਵ, ਦੋਵਾਂ ਦੇ ਆਗੂ ਇੱਕ ਦੂਜੇ ਤੋਂ ਮੋਹਰੇ ਨੇ ਲੋਕਾਂ ਨੂੰ ਇਹ ਦੱਸਣ ਦੇ ਲਈ ਕਿ ਅਸੀਂ ਜ਼ਿਆਦਾ ਲੋਕ ਇੱਥੇ ਸੱਦਾਂਗੇ। ਜੇ ਜਸਟਿਨ ਟਰੂਡੋ ਹੋਰਾਂ ਦੀ ਸਰਕਾਰ ਨੇ ਹੁਣ ਐਲਾਨ ਕੀਤਾ ਕਿ 2025 ਤੱਕ 1.5 ਮਿਲੀਅਨ ਦੇ ਕਰੀਬ ਅਸੀਂ ਇਮੀਗ੍ਰੈਂਟ ਇੱਥੇ ਸੱਦਣੇ ਆ, ਤਾਂ ਮੁੱਖ ਵਿਰੋਧੀ ਪਾਰਟੀ ਦੇ ਆਗੂ ਪੀਅਰ ਪੋਲੀਅਵ ਨੇ ਵੀ ਕਿਹਾ ਕਿ ਅਸੀਂ ਵੀ ਜਿਹੜੇ ਲੋਕ ਆ ਇਹ ਜ਼ਿਆਦਾ ਸੱਦਾਂਗੇ। ਜਿਹੜੇ ਉਹਨਾਂ ਦੀ ਲੀਡਰਸ਼ਿਪ ਦੌੜ ਸੀ ਉਹਦੇ ਵਿੱਚ ਉਹਨਾਂ ਨੇ ਬਾਕੀ ਲੀਡਰਾਂ ਨਾਲੋਂ ਵੀ ਕਿਹਾ ਸੀ ਕਿ ਅਸੀਂ ਇਮੀਗ੍ਰੇਸ਼ਨ ਇੱਥੇ ਤੇਜ਼ ਕਰਾਂਗੇ। ਸੋ ਇਹ ਇੱਕ ਵੱਡਾ ਫਰਕ ਦੋਵਾਂ ਸਰਕਾਰਾਂ ਦੇ ਵਿੱਚ ਦੋਵਾਂ ਥਾਵਾਂ ਦੇ ਉੱਤੇ ਨਜ਼ਰ ਆ ਰਿਹਾ। ਹੁਣ ਉਹ ਵੱਖਰੀ ਗੱਲ ਆ ਕਿ ਅਮਰੀਕਾ ਦੇ ਵਿੱਚ ਜਿਹੜੇ ਅਨਡਾਕੂਮੈਂਟ ਇਮੀਗ੍ਰੈਂਟਸ ਨੇ ਉਹਨਾਂ ਦੀ ਗਿਣਤੀ ਇੰਨੀ ਜ਼ਿਆਦਾ ਹੋ ਚੁੱਕੀ ਆ, ਜਾਂ ਉਹੀ ਇੰਨੇ ਜ਼ਿਆਦਾ ਗਿਣਤੀ ਦੇ ਵਿੱਚ ਉੱਥੇ ਆ ਰਹੇ ਨੇ ਕਿ ਜਿਨ੍ਹਾਂ ਨੂੰ ਕੰਟਰੋਲ ਕਰਨਾ ਉਸ ਦੇਸ਼ ਦੇ ਲਈ ਇੱਕ ਸਮੱਸਿਆ ਬਣਿਆ ਆ। ਪਾਪੂਲੇਸ਼ਨ 10 ਗੁਣਾ ਜ਼ਿਆਦਾ ਆ ਅਮਰੀਕਾ ਦੀ ਕੈਨੇਡਾ ਨਾਲੋਂ, ਪਰ ਲੀਗਲੀ ਤੌਰ 'ਤੇ ਜਿਹੜੇ ਬੰਦੇ ਸੱਦਦੇ ਆ ਉਹ ਲਗਭਗ ਓਨੇ ਕੀ ਹੈ ਜਿੰਨੇ ਕੈਨੇਡਾ ਸੱਦਦਾ। 2022 ਦੇ ਵਿੱਚ ਅੰਕੜੇ ਇਹੀ ਦੱਸ ਰਹੇ ਆ। ਜਿਹੜਾ US ਸਿਟੀਜ਼ਨਸ਼ਿਪ ਤੇ ਇਮੀਗ੍ਰੇਸ਼ਨ ਸਰਵਿਸਿਜ਼ ਦਾ ਡਾਟਾ ਆ ਉਹ ਵੀ ਇਹੀ ਦੱਸ ਰਿਹਾ ਹੈ। ਜਿਹੜਾ ਲਾਸਟ ਸੈਸ਼ਨ ਸੀਗਾ US ਕਾਂਗਰਸ ਦਾ, ਦਸੰਬਰ ਦੇ ਵਿੱਚ ਖਤਮ ਹੋਇਆ, ਉਹ ਉੱਥੇ ਇੱਕ ਬਿੱਲ ਲਿਆਂਦਾ ਗਿਆ ਸੀ ਕਿ ਜਿਹੜੇ ਫੋਰਨ ਬੋਰਨ ਐਂਟਰਪ੍ਰੈਨਿਓਰਸ ਨੇ, ਜੋ ਬਹੁਤ ਜ਼ਿਆਦਾ ਪੜ੍ਹੇ ਲਿਖੇ ਲੋਕ ਨੇ, ਸਕਿਲਡ ਲੋਕ ਨੇ, ਉਹਨਾਂ ਨੂੰ ਇੱਥੇ ਲਿਆਂਦਾ ਜਾਵੇ। ਹੁਣ ਉਹ ਲੈ ਕੇ ਆਂਦਾ, ਪਰ ਉਹ ਪਾਸ ਹੀ ਨਹੀਂ ਹੋਇਆ ਕਾਂਗਰਸ ਦੇ ਵਿੱਚ ਕਿਉਂਕਿ ਉਹਨੂੰ ਸਪੋਰਟ ਕਰਨ ਵਾਲੇ ਮੈਂਬਰ ਹੀ ਹੈ ਨਹੀਂ ਸੀ। ਫਾਰਮ ਵਰਕਰ ਮਾਡਰਨਾਈਜੇਸ਼ਨ ਐਕਟ ਇੱਕ ਹੈ ਜਿਹੜਾ ਹਾਊਸ ਆਫ ਰਿਪਰੈਜ਼ੈਂਟੇਟਿਵ ਨੇ ਅਪਰੂਵ ਕੀਤਾ, ਜਿਹਨੂੰ 30 ਰਿਪਬਲਿਕਨਸ ਤੇ 1 ਡੈਮੋਕ੍ਰੇਟ ਨੇ ਅਪਰੂਵ ਕੀਤਾ ਸੀ, ਪਰ ਹਜੇ ਵੀ ਇਹਨੂੰ ਸੈਨੇਟ ਦੇ ਵਿੱਚ ਪਾਸ ਨਹੀਂ ਕੀਤਾ ਜਾ ਸਕਿਆ। ਉੱਥੇ ਹੀ ਕੈਨੇਡਾ ਦੇ ਵਿੱਚ ਜਿਹੜੀ ਸਿਚੁਏਸ਼ਨ ਹੈ ਉਲਟਾ, ਕੋਈ ਵੀ ਪਾਰਟੀ ਇਹ ਰਿਸਕ ਨਹੀਂ ਲੈ ਸਕਦੀ ਕਿ ਉਹ ਇਹ ਕਹਿ ਦੇਣ ਕਿ ਅਸੀਂ ਇਮੀਗ੍ਰੇਸ਼ਨ ਘੱਟ ਕਰ ਦੇਣੀ ਜਾਂ ਨਹੀਂ ਸੱਦਣੀ। ਦੋਵਾਂ ਨੂੰ ਠੋਕ ਵਜਾ ਕੇ ਕਹਿਣਾ ਪੈ ਰਿਹਾ। ਅਮਰੀਕਾ ਦੇ ਵਿੱਚ ਵੀ ਬਹੁਤ ਸਾਰੇ ਲੋਕਾਂ ਨੇ ਇਹ ਬਿੱਲ ਲੈ ਕੇ ਆਂਦੇ, ਜਿਹੜੇ ਉੱਥੋਂ ਦੇ ਚੁਣੇ ਹੋਏ ਨੁਮਾਇੰਦੇ ਸੀ ਰਿਪਬਲਿਕਨ। ਜ਼ੋ ਲੌਫਰਗਨ ਨੇ ਜਿਹੜਾ ਕੈਲੀਫੋਰਨੀਆ ਤੋਂ ਸੀ, ਉਹ ਚੇਅਰ ਸੀ ਹਾਊਸ ਆਫ ਜੁਡੀਸ਼ਰੀ ਸਬ ਕਮੇਟੀ ਜਿਹੜੀ ਇਮੀਗ੍ਰੇਸ਼ਨ ਐਂਡ ਸਿਟੀਜ਼ਨਸ਼ਿਪ 'ਤੇ ਬਣੀ ਸੀ। ਉਹਨੇ 2 ਬਿੱਲ ਇੰਟਰੋਡਿਊਸ ਕੀਤੇ ਸੀ ਕਿ ਜਿਹੜੇ ਇੰਪਲੋਇਮੈਂਟ ਬੇਸਡ ਵੀਜ਼ੇ ਆ ਅਮਰੀਕਾ ਦੇ ਵਿੱਚ ਵਧਾਏ ਜਾਣ।
ਦੋਵੇਂ ਨਹੀਂ ਪਾਸ ਹੋਏ। ਤੇ ਹੁਣ ਉਹਨੇ ਬਿੱਲ ਤਾਂ ਉਹਨਾਂ ਨੇ ਲੈ ਕੇ ਆਂਦਾ ਜ਼ੋਲਫਰਗਨ ਨੇ, ਪਰ ਉਹ ਪਾਸ ਨਹੀਂ ਹੋ ਸਕੇ। ਇਸੇ ਤਰ੍ਹਾਂ ਹੀ ਜਿਹੜਾ ਸਿੱਧਾ ਉਹਨਾਂ ਨੇ ਕੰਪੈਰੀਜ਼ਨ ਕੀਤਾ ਸੀ, ਇਹਨਾਂ ਨੇ ਇਸ ਜਿਹੜਾ ਇਹਨੇ ਲੋਫਗਰਨ ਨੇ ਸਿੱਧਾ ਕੰਪੈਰੀਜ਼ਨ ਕੀਤਾ ਸੀ ਕੈਨੇਡਾ ਤੇ ਅਮਰੀਕਾ ਦੀਆਂ ਇਮੀਗ੍ਰੇਸ਼ਨ ਪਾਲਿਸੀਜ਼ ਦੀਆਂ। ਤੇ ਉਹਨੇ ਇਹ ਕਿਹਾ ਸੀ ਕਿ ਸਾਡੀ ਜਿਹੜੀ US ਇਮੀਗ੍ਰੇਸ਼ਨ ਪਾਲਿਸੀ ਆ ਆਊਟਡੇਟਡ ਹੋ ਚੁੱਕੀ ਆ, ਤੇ ਜਿਹੜਾ ਟੈਲੈਂਟ ਆ ਉਹਨੂੰ ਬਾਕੀ ਦੇਸ਼ਾਂ ਵੱਲ ਧੱਕ ਰਹੀ ਆ, ਜਾਣੀ ਜਿਹੜਾ ਇੱਥੇ ਆਉਣਾ ਚਾਹੀਦਾ ਸੀ। ਵੱਡਾ ਉਹ ਕਹਿੰਦੇ ਹੁਣ ਅਮਰੀਕਨ ਇਮੀਗ੍ਰੇਸ਼ਨ ਸਿਸਟਮ ਦੇ ਵਿੱਚ ਜਿਹੜੀ ਵੱਡਾ ਓਵਰਹਾਲ ਹੋਇਆ ਸੀ ਜਾਂ ਉਹ ਬਦਲਾਅ ਕੀਤਾ ਸੀ 1990 'ਚ ਕੀਤਾ ਸੀ। 90 ਤੋਂ ਬਾਅਦ ਹੁਣ ਤੱਕ ਉਹਨਾਂ ਨੇ ਵੱਡੀ ਚੇਂਜ ਨਹੀਂ ਕੀਤੀ। ਜਿਹੜੇ ਰੂਲ ਉਦੋਂ ਸੀਗੇ ਲਗਭਗ ਉਹਨਾਂ ਦੇ ਉੱਤੇ ਹੀ ਚੱਲੇ ਆਉਂਦੇ ਆ। ਕੈਨੇਡਾ ਦੇ ਵਿੱਚ ਇਹਨਾਂ ਨੇ ਸਾਰਾ ਕੁਝ ਫਲੈਕਸੀਬਲ ਕੀਤਾ ਹੈ। ਜਿਹੜੀ ਰਿਕਰੂਟ ਕਰਨੇ ਆ ਨਵੇਂ ਬੰਦੇ, ਖਾਸ ਕਰ ਹਾਈਲੀ ਸਕਿਲਡ ਇਮੀਗ੍ਰੈਂਟਸ ਨੇ, ਉਹਨਾਂ ਨੂੰ ਕਿੱਦਾਂ ਇੱਥੇ ਲਿਆਉਣਾ ਆ, ਉਹ ਇੱਥੇ ਲਿਆਉਣਾ ਦੇ ਲਈ ਇਹ ਜ਼ਿਆਦਾ ਇਨੀਸ਼ੀਏਟਿਵ ਲੈ ਰਹੇ ਨੇ। ਇਹ ਜਿਹੜੀ ਪਾਪੂਲੇਸ਼ਨ ਡਿਕਲਾਈਨਿੰਗ ਦੀ ਸਮੱਸਿਆ ਇਹ ਸਾਰੀ ਵੈਸਟ ਦੀ ਖਾਸ ਕਰਕੇ, ਔਰ ਇੱਥੋਂ ਤੱਕ ਕਿ ਚੀਨ ਵਰਗੇ ਦੇਸ਼ ਨੂੰ ਵੀ ਫਿਕਰ ਪਿਆ ਕਿ ਉਹਨਾਂ ਦੀ ਪਾਪੂਲੇਸ਼ਨ ਆਉਣ ਵਾਲੇ ਸਮੇਂ ਦੇ ਵਿੱਚ ਘਟ ਜਾਣੀ ਜਾਂ ਉਨੀ ਗਰੋ ਨਹੀਂ ਕਰਨੀ। ਹੁਣ ਇੱਥੇ ਕਮੇਟੀ ਦੇ ਉੱਤੇ ਜਿਹੜੇ ਰਿਪਬਲਿਕਨ ਕਾਊਂਟਰ ਪਾਰਟ ਨੇ ਇੱਥੇ ਉਸ ਵੇਲੇ ਸੀਗੇ ਮੈਂਬਰ ਰਿਪਬਲਿਕਨ ਥਾਮਸ ਮੈਕਲਿੰਗਟਨ ਕੈਲੀਫੋਰਨੀਆ ਦੇ ਵਿੱਚ, ਉਹਨਾਂ ਨੇ ਇਹਦਾ ਜਿਹੜਾ ਰਿਪਰੈਜ਼ੈਂਟੇਟਿਵ ਥਾਮਸ ਨੇ ਜੋ ਕੁਛ ਗੱਲ ਕਹੀ ਸੀ, ਉਹ ਕਹਿੰਦੇ ਸੀ ਵੀ ਅਸੀਂ ਨਹੀਂ ਇੱਦਾਂ ਕਰ ਸਕਦੇ, ਪ੍ਰਪੋਜ਼ਲ ਠੀਕ ਨਹੀਂ ਆ ਉਹਨਾਂ ਚਿਰ ਜਿੰਨਾ ਚਿਰ ਬਾਈਡਨ ਐਡਮਿਨਿਸਟ੍ਰੇਸ਼ਨ ਜਿਹੜੇ ਇਲੀਗਲ ਮਾਈਗ੍ਰੇਸ਼ਨ ਸਦਰਨ ਬਾਰਡਰ ਤੋਂ ਇੱਥੇ ਹੋ ਰਹੀ ਆ ਉਹਨੂੰ ਠੀਕ ਨਹੀਂ ਕਰ ਸਕਦੇ, ਕਿ ਜਾਂ ਤਾਂ ਉਹਨੂੰ ਠੀਕ ਕਰਨ ਫਿਰ ਅਸੀਂ ਇਹਦੇ ਬਾਰੇ ਸੋਚ ਸਕਦੇ ਹਾਂ। ਅਸੀਂ ਇਹ ਉਹ ਕਹਿੰਦੇ ਬਿਲਕੁਲ ਨਹੀਂ ਕਰ ਸਕਦੇ ਕਿ ਇੱਕ ਪਾਸੇ ਇਹ ਜਿਹੜੇ ਲੈਫਟ ਆ, ਜਿਹੜੇ ਮਤਲਬ ਅੰਨ੍ਹੇਵਾਹ ਲੋਕ ਬਾਰਡਰ ਟੱਪ ਕੇ ਇੱਥੇ ਆ ਰਹੇ ਆ। ਅਮਰੀਕਾ ਦੇ ਲੋਕ ਲੇਬਰ ਮਾਰਕੀਟ ਦੇ ਵਿੱਚ ਮਤਲਬ ਲੇਬਰ ਦਾ ਹੜ੍ਹ ਆਇਆ ਪਿਆ, ਤੇ ਉਹ ਵੀ ਜਿਹੜੀ ਲੋ ਵੇਜਸ ਦੇ ਉੱਤੇ ਇਲੀਗਲ ਇਮੀਗ੍ਰੈਂਟਸ ਵਰਕਰ ਜਿਹੜੇ ਕੰਮ ਕਰਨ ਲਈ ਤਿਆਰ ਆ, ਤੇ ਜਿਹੜੇ ਇੱਥੇ ਦੇ ਜਿਹਨਾਂ ਨੇ ਲੀਗਲੀ ਜਿੰਨਾ ਮਿਨੀਮਮ ਵੇਜਸ ਦੇ ਉੱਤੇ ਕੰਮ ਕਰਨਾ ਉਹ ਵਿਹਲੇ ਬੈਠੇ ਆ। ਇਹ ਕਹਿੰਦੇ ਸੀ ਅਸੀਂ ਇਹ ਬਿੱਲ ਬਿਲਕੁਲ ਪਾਸ ਨਹੀਂ ਹੋਣ ਦੇਣੇ। ਪਹਿਲਾਂ ਜਿਹੜਾ ਬਾਰਡਰ ਦੇ ਉੱਤੇ ਸਮੱਸਿਆ ਆ ਉਹਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ। ਦੂਜੇ ਪਾਸੇ ਜਦੋਂ ਇਹਨੂੰ ਮੁਕਾਬਲਾ ਕਰਦੇ ਆ ਇੱਥੇ ਕੈਨੇਡਾ ਦੇ ਨਾਲ, ਤਾਂ ਸ਼ੌਨ ਫਰੇਜ਼ਰ ਸਾਡੇ ਜਿਹੜੇ ਇੱਥੇ ਕੈਨੇਡਾ ਦੇ ਇਮੀਗ੍ਰੇਸ਼ਨ ਮਿਨਿਸਟਰ ਨੇ, ਉਹਨਾਂ ਨੇ ਕਿਹਾ ਕਿ ਸਾਨੂੰ ਹੋਰ ਇਸ ਮਾਮਲੇ ਦੇ ਵਿੱਚ ਕੁਝ ਕਰਨਾ ਚਾਹੀਦਾ, ਤੇ ਜ਼ਿਆਦਾ ਉਹਨਾਂ ਦੇ ਆਰਗੂਮੈਂਟ ਜਿਹੜੇ ਇਸ ਹੱਕ ਦੇ ਵਿੱਚ ਨੇ ਕਿ ਵੱਧ ਤੋਂ ਵੱਧ ਲੋਕ ਇੱਥੇ ਆਉਣੇ ਚਾਹੀਦੇ ਆ, ਤੇ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਜਿੰਨੀਆਂ ਜੋਬ ਮਿਲਣਗੀਆਂ ਤੇ ਉਹਦੇ ਨਾਲ ਜਿਹੜੀ ਟੋਟਲ ਕੈਨੇਡਾ ਦੀ ਜਿਹੜੀ ਗਰੋਥ ਆ ਉਹ ਚੰਗੀ ਹੋਊਗੀ। ਹੈਲਥ ਕੇਅਰ ਕ੍ਰਾਈਸਿਸ ਦੇ ਵਿੱਚ ਵੀ ਇਸ ਵੇਲੇ ਜਿਹੜੇ ਬਹੁਤੇ ਲੋਕ ਨੇ ਉਹ ਬਾਹਰੋਂ ਸੱਦੇ ਜਾ ਰਹੇ ਆ, ਤੇ ਦੂਜੇ ਪਾਸੇ ਉਧਰ ਅਮਰੀਕਾ ਦੇ ਵਿੱਚ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਵੀ ਇਹ ਨੀਤੀ ਅਪਣਾਉਣੀ ਪਵੇ। ਜਿਹੜਾ ਰੌਲਾ ਇਹ ਆ ਕਿ ਚਾਹੇ ਤੁਸੀਂ ਉਹਨਾਂ ਨੂੰ ਅਨਡਾਕੂਮੈਂਟਡ ਲੋਕ ਉੱਥੇ ਆਈ ਜਾਣ, ਅਸਾਈਲਮ ਦੇ ਨਾਂ ਦੇ ਉੱਤੇ ਲੋਕ ਆਈ ਜਾਣ, ਤੇ ਚਾਹੇ ਤੁਸੀਂ ਉਹਨਾਂ ਨੂੰ ਆਪ ਇੱਕ ਜਿਹੜਾ ਚੰਗੇ ਤਰੀਕੇ ਦੇ ਨਾਲ ਸੱਦ ਲਓ, ਤਾਂ ਇਹ ਜਿਹੜਾ ਮਾਮਲਾ ਉੱਥੇ ਦਾ ਉੱਥੇ ਕਿਤੇ ਨਾ ਕਿਤੇ ਖੜਾ ਰਹਿੰਦਾ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਟੈਕਸਸ ਦੇ ਵਿੱਚ ਗਏ ਆ। ਐਲ ਪਾਸੋ ਸ਼ਹਿਰ ਦੇ ਵਿੱਚ US ਮੈਕਸੀਕੋ ਬਾਰਡਰ ਦਾ ਉਹਨਾਂ ਨੇ ਦੌਰਾ ਕੀਤਾ, ਜਿਹੜਾ ਕਿਹਾ ਜਾ ਰਿਹਾ ਸੀ ਕਿਉਂਕਿ ਉੱਥੇ ਕ੍ਰਾਈਸਿਸ ਬਹੁਤ ਵੱਡਾ ਆ। ਅਸੀਂ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਇਹ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਆ। ਜਦੋਂ ਦੇ ਰਾਸ਼ਟਰਪਤੀ ਬਣੇ ਆ ਪਹਿਲੀ ਵਾਰੀ ਜੋ ਬਾਈਡਨ ਉੱਥੇ ਗਏ ਆ। ਉਸ ਬਾਰਡਰ ਦੇ ਉੱਤੇ ਜਿਹੜੇ ਲਾ ਇਨਫੋਰਸਮੈਂਟ ਫੋਰਸਿਸ ਨੇ ਉੱਥੇ, ਉਹਨਾਂ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਆ, ਤੇ ਜਿਹੜੇ ਨਾਰਥ ਅਮਰੀਕਨ ਲੀਡਰ ਸਮਿਟ ਹੋਣਾ ਆ ਉਹਦੇ ਵਿੱਚ ਸ਼ਾਮਲ ਹੋਣ ਦੇ ਲਈ ਉਸ ਤੋਂ ਬਾਅਦ ਉੱਥੇ ਚਲੇ ਗਏ। ਹੁਣ ਉੱਥੇ ਗਵਰਨਰ ਟੈਕਸਸ ਦੇ ਵਿੱਚ ਜਿਹੜੇ ਗ੍ਰੈਗ ਐਬਟ ਨੇ, ਜਿਹੜੇ ਕਿ ਰਿਪਬਲਿਕਨ ਨੇ, ਹੁਣ ਉਹਨਾਂ ਦਾ ਸਿੱਧਾ ਇਹਨਾਂ ਦੇ ਨਾਲ ਰੌਲਾ ਚੱਲਦਾ ਵੀ ਤੁਸੀਂ ਕੁਛ ਇੱਥੇ ਕਰਦੇ ਕਿਉਂ ਨਹੀਂ, ਤੈਨੂੰ ਸਾਰੇ ਕੁਛ ਨੂੰ ਰੋਕਦੇ ਕਿਉਂ ਨਹੀਂ। ਤੁਹਾਨੂੰ ਯਾਦ ਹੋਊਗਾ ਪਿੱਛੇ ਜੇ ਇਹਨਾਂ ਨੇ ਬੱਸਾਂ ਭਰ ਕੇ ਕਮਾਲਾ ਹੈਰਿਸ ਦੇ ਘਰ ਦੇ ਬਾਹਰ ਭੇਜ ਦਿੱਤੀਆਂ ਸੀ ਇੱਥੋਂ ਟੈਕਸਸ ਨੇ। ਹੁਣ ਜਦੋਂ ਇਹ ਉੱਥੇ ਗਏ ਆ, ਉਹਨਾਂ ਨੂੰ ਦੱਸਦੇ ਆ ਕਿ ਏਅਰਪੋਰਟ ਦੇ ਉੱਤੇ ਉਹਨਾਂ ਨੇ ਰਿਸੀਵ ਕੀਤਾ ਤੇ ਲੈਟਰ ਵੀ ਇੱਕ ਦਿੱਤਾ ਆ, ਤੇ ਨਾਲ ਉਹਨਾਂ ਨੇ ਇਹ ਕਿਹਾ ਵੀ ਇਹ ਜੋ ਬਾਈਡਨ ਦਾ ਐਲ ਪਾਸੋ ਦੇ ਵਿੱਚ ਇੱਥੇ ਦਾ ਦੌਰਾ ਸਿਰਫ ਤੇ ਸਿਰਫ ਫੋਟੋ ਸ਼ੂਟ ਆ, ਇਹ ਤੋਂ ਵੱਧ ਕੁਛ ਨਹੀਂ ਹੋਣਾ ਇਹਦੇ ਨਾਲ, ਕੁਛ ਨਹੀਂ। ਵੀ ਜੋ ਤੁਸੀਂ ਕਰਨਾ ਹੈ ਅਸਲ ਦੇ ਵਿੱਚ ਉਹਨੂੰ ਪ੍ਰੈਕਟੀਕਲੀ ਕੀਤਾ ਜਾਵੇ। ਆ ਪਿੱਛੇ ਜਨਵਰੀ 5 ਨੂੰ ਜਿਹੜੇ ਨਵੇਂ ਨਿਯਮ ਬਣਾਏ ਸੀ ਇੱਥੇ, ਜਿਹੜੇ ਲੋਕ ਇੱਥੇ ਅਸਾਈਲਮ ਮੰਗਦੇ ਆ ਉਹਨਾਂ ਦੀ ਵੱਧਦੀ ਸੰਖਿਆ ਨੂੰ ਘਟਾਉਣ ਦੇ ਲਈ ਜਾਂ ਉਹਦੇ ਨਾਲ ਉਸ ਸਮੱਸਿਆ ਦੇ ਨਾਲ ਹੱਲ ਕਰਨ ਦੇ ਲਈ, ਜਿਹੜੇ ਵੈਨਜ਼ੂਏਲਾ, ਕਿਊਬਾ, ਹੈਤੀ ਤੇ ਨਿਕਾਰਗੁਆ ਦੇ ਜਿਹੜੇ ਉਹ ਬਾਰਡਰ ਇੱਧਰ ਆਉਂਦੇ ਉਹਨਾਂ ਨੂੰ ਰੋਕਣ ਦੇ ਲਈ ਬਣਾਇਆ ਗਿਆ ਸੀ। ਸੋ ਮੈਕਸੀਕੋ ਦੇ ਵਿੱਚ ਸਾਰੇ ਜਿਹੜੇ ਪ੍ਰਵਾਸੀ ਆ ਇੱਥੇ ਆਉਂਦੇ ਆ, ਉੱਥੋਂ ਲੈ ਕੇ ਇੱਧਰਲੇ ਪਾਸੇ ਆਉਂਦੇ ਆ। ਹਰ ਮਹੀਨੇ ਇਹਨਾਂ 4 ਦੇਸ਼ਾਂ ਦੇ ਵਿੱਚ ਹੀ ਮਤਲਬ ਕਿੰਨੇ ਹਜ਼ਾਰਾਂ ਹੀ ਲੋਕ ਜਿਹੜੇ ਆ ਇੱਥੇ ਸ਼ਰਨ ਮੰਗ ਲੈਂਦੇ ਆ। ਤੇ ਹੁਣ ਜਿਹੜਾ ਇਹਨਾਂ ਦਾ ਪਹਿਲਾ ਦੌਰਾ ਸੀ, ਆਸ ਇਹਦੇ ਤੋਂ ਬਹੁਤ ਸੀਗੀ ਕਿ ਕੁਛ ਨਾ ਕੁਛ ਵੱਡਾ ਹੋਊਗਾ। ਜਿਹੜਾ ਬਾਰਡਰ ਦੀ ਸਮੱਸਿਆ ਆ
ਉਹਨੂੰ ਹੱਲ ਕੀਤਾ ਜਾਊਗਾ। ਪਰ ਲੱਗਦਾ ਹੈ ਕਿ ਇਹ ਜਿੰਨਾ ਚਿਰ ਸੁਪਰੀਮ ਕੋਰਟ ਇਹਦੇ ਵਿੱਚ ਆ ਕੇ ਜਿਹੜਾ ਉਹਨਾਂ ਨੇ ਫੈਸਲਾ ਦਿੱਤਾ ਆ ਕਿ ਸਿਹਤ ਦੇ ਨਿਯਮਾਂ ਦੇ ਤਹਿਤ ਇਹਨਾਂ ਨੂੰ ਵਾਪਸ ਭੇਜਿਆ ਜਾ ਸਕਦਾ ਹੈ, ਦੋਵੇਂ ਪਾਰਟੀਆਂ ਇਸ ਮੁੱਦੇ ਦੇ ਉੱਤੇ ਇੱਕ ਮਤ ਨਹੀਂ ਆ, ਉਹਨਾਂ ਚਿਰ ਇਹ ਸਮੱਸਿਆ ਹੱਲ ਜਿਹੜੀ ਆ ਉਹ ਨਹੀਂ ਹੁੰਦੀ ਨਜ਼ਰ ਆ ਰਹੀ। ਇੱਥੇ ਬਹੁਤ ਸਾਰੇ ਮਾਈਗਰੈਂਟਸ ਨੇ ਜਿਹੜੇ ਡਿਟੈਂਸ਼ਨ ਸੈਂਟਰਾਂ ਦੇ ਵਿੱਚ ਆਉਂਦੇ ਨੇ। ਜਦੋਂ ਇਸ ਥਾਂ ਦੇ ਉੱਤੇ ਇਹ ਟ੍ਰਿਪ ਜਿਹੜਾ ਕੀਤਾ ਗਿਆ ਸੀ, ਅਸਲ ਦੇ ਵਿੱਚ ਹੋ ਕੀ ਰਿਹਾ ਉਸ ਮੈਕਸੀਕੋ ਵਾਲੇ ਬਾਰਡਰ ਦੇ ਉੱਤੇ, ਜਾਂ ਉੱਥੇ ਰੈਕਡ ਨੰਬਰ ਆਫ ਕ੍ਰਾਸਿੰਗਸ ਕਿਉਂ ਇੰਨੀਆਂ ਜ਼ਿਆਦਾ ਹੋ ਰਹੀਆਂ। ਜਦੋਂ ਇੱਥੇ ਗਏ ਆ US ਬਾਰਡਰ ਪੈਟਰੋਲ ਵਾਲੇ ਦੱਸਦੇ ਆ ਕਿ ਪਿਛਲੇ ਸਾਲ 2.2 ਮਿਲੀਅਨ ਅਰੈਸਟ ਹੋਈਆਂ ਇੱਥੇ US ਮੈਕਸੀਕੋ ਬਾਰਡਰ ਦੇ ਉੱਤੇ। 22 ਲੱਖ ਬੰਦਾ ਉਹਨਾਂ ਨੇ ਅਰੈਸਟ ਕੀਤਾ। ਹੁਣ ਰੋਜ਼ ਦਾ ਹਿਸਾਬ ਲਾ ਕੇ ਦੇਖ ਲਓ ਤੁਸੀਂ ਵੀ ਕਿੰਨਾ ਨਿਕਲਦਾ ਆ ਤੇ ਕਿੰਨੇ ਲੋਕ ਉੱਥੇ ਲਗਾਤਾਰ ਆ ਰਹੇ ਆ। ਜਿਹੜੇ ਇਹਨਾਂ ਦੇ ਵਿੱਚ ਬਹੁਤ ਸਾਰੇ ਮਾਈਗਰੈਂਟਸ ਨੇ ਉਹ ਕਿੰਨੀ ਵਾਰੀ ਬਾਰਡਰ ਕ੍ਰਾਸ ਕਰਨ ਦੀ ਕੋਸ਼ਿਸ਼ ਕਰਦੇ ਆ, ਫੜੇ ਜਾਂਦੇ ਆ, ਵਾਪਸ ਮੈਕਸੀਕੋ ਭੇਜ ਦਿੱਤੇ ਜਾਂਦੇ ਆ ਕੋਵਿਡ-19 ਵਾਲੀਆਂ ਪਾਲਿਸੀਆਂ ਦੇ ਉਹ ਜਿਹੜਾ ਕਾਨੂੰਨ ਆ ਉਹਨੂੰ ਲਾ ਕੇ। ਤੇ ਇਹ ਜਿਹੜੀ ਪਾਲਿਸੀ ਸੀਗੀ ਇਹ ਮਾਰਚ 2020 ਦੇ ਵਿੱਚ ਲਾਗੂ ਕੀਤੀ ਗਈ ਸੀ, ਜਦੋਂ ਰਾਸ਼ਟਰਪਤੀ ਉਸ ਵੇਲੇ ਡੋਨਲਡ ਟਰੰਪ ਸੀਗੇ। ਤੇ ਉਹਨਾਂ ਨੇ ਇਹਨੂੰ ਹੁਣ ਜਿਹੜੇ ਹੈਲਥ ਅਫੀਸ਼ੀਅਲ ਹੈਗੇ ਆ ਉਹਨਾਂ ਨੇ ਕਿਹਾ ਸੀ ਵੀ ਇਹਦੀ ਸਾਨੂੰ ਲੋੜ ਨਹੀਂ ਆ, ਇਹਨੂੰ ਭਾਵੇਂ ਤੁਸੀਂ ਬੰਦ ਕਰ ਲਓ, ਪਰ ਉਹ ਬੰਦ ਨਹੀਂ ਕੀਤੀ ਗਈ। ਮੈਕਸੀਕੋ ਦੇ ਵਿੱਚ ਜਿਹੜੇ ਲੋਕ ਨੇ ਬਹੁਤ ਸਾਰੇ ਉੱਥੋਂ ਪਿੱਛੋਂ ਵੀ ਮੈਕਸੀਕੋ ਦੇ ਵਿੱਚ ਆ ਜਾਂਦੇ ਆ, ਚਾਹੇ ਉਹ ਉਧਰ ਗੁਆਟੇਮਾਲਾ, ਹੋਂਡਰਸ, ਐਲ ਸੈਲਵਾਡੋਰ ਉਧਰਲੇ ਪਾਸੋਂ ਆਉਂਦੇ ਆ ਤੇ ਉਹ ਇੱਥੇ ਕ੍ਰਾਸ ਕਰਕੇ ਇਧਰਲੇ ਪਾਸੇ ਆਉਣ ਦੀ ਕੋਸ਼ਿਸ਼ ਕਰਦੇ ਆ। ਤੇ ਜਿਹੜਾ ਜਿੱਦਾਂ ਪਹਿਲਾਂ ਦੱਸਿਆ ਵੀਰਵਾਰ ਨੂੰ ਇਹਨਾਂ ਨੇ ਅਨਾਊਂਸਮੈਂਟ ਕੀਤੀ ਸੀ ਰਾਸ਼ਟਰਪਤੀ ਨੇ ਕਿ ਕਿਊਬਾ, ਹੈਤੀ ਤੇ ਦੂਜੇ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਜਿਹੜੇ ਇੱਥੇ ਆਉਂਦੇ ਆ ਉਹਨਾਂ ਨੂੰ ਵੀ ਐਕਸਪੈਲ ਕੀਤਾ ਜਾ ਸਕਦਾ ਟਾਈਟਲ 42 ਦੇ ਅੰਦਰ। ਹੁਣ ਇੰਨੇ ਲੋਕ ਉੱਥੋਂ ਬਾਰਡਰ ਕਿਉਂ ਕ੍ਰਾਸ ਕਰ ਰਹੇ ਆ, ਮਾਮਲਾ ਕੀ ਆ ਅਸਲ ਦੇ ਵਿੱਚ ਉੱਥੇ? ਉਸ ਪੋਰਟ ਐਂਟਰੀ ਦੇ ਉੱਤੇ ਜਿਹੜਾ ਬੰਦਾ ਵੀ ਆ ਜਾਂਦਾ ਉਹ ਆ ਕੇ ਉੱਥੇ ਬਾਰਡਰ ਅਫੀਸ਼ੀਅਲ ਨੂੰ ਮਿਲਦਾ ਆ ਤੇ ਉਹਨਾਂ ਨੂੰ ਜਾ ਕੇ ਇਹ ਕਹਿੰਦਾ ਆ ਕਿ ਮੈਨੂੰ ਆਪਣੇ ਦੇਸ਼ ਦੇ ਵਿੱਚ ਖਤਰਾ ਆ ਤੇ ਮੈਨੂੰ ਇੱਥੇ ਜਿਹੜਾ ਅਸਾਈਲਮ ਦਿੱਤੀ ਜਾਵੇ, ਮੈਨੂੰ ਇੱਥੇ ਰੱਖਿਆ ਜਾਵੇ। ਉਹ ਪ੍ਰੋਟੈਕਸ਼ਨ ਲੈਂਦੇ ਆ ਤੇ ਉਹਨਾਂ ਨੂੰ ਸਿੱਧ ਇਹ ਕਰਨਾ ਪੈਂਦਾ ਵੀ ਉਹਨਾਂ ਨੂੰ ਵਾਕਿਆ ਹੀ ਉਹਨਾਂ ਦੇ ਆਪਣੇ ਦੇਸ਼ ਦੇ ਵਿੱਚ ਕਿਸੇ ਰੇਸ ਕਰਕੇ, ਕਿਸੇ ਧਰਮ ਕਰਕੇ, ਕਿਸੇ ਨੈਸ਼ਨੈਲਿਟੀ ਕਰਕੇ, ਕਿਸੇ ਪੋਲੀਟੀਕਲ ਓਪੀਨੀਅਨ ਕਰਕੇ ਦਾ ਦੂਜੇ ਮਾਮਲੇ ਕਰਕੇ ਖਤਰਾ ਹੋ ਸਕਦਾ ਆ। ਹੁਣ ਜਿਹੜਾ ਬੰਦਾ ਇੱਕ ਵਾਰੀ ਅਮਰੀਕਾ ਦੀ ਧਰਤੀ ਦੇ ਉੱਤੇ ਪੈਰ ਰੱਖ ਲਵੇ, ਚਾਹੇ ਕਾਨੂੰਨੀ ਤੇ ਚਾਹੇ ਗੈਰ ਕਾਨੂੰਨੀ, ਉਹ ਇਸ ਗੱਲ ਦੇ ਲਈ ਐਲੀਜੀਬਲ ਹੋ ਜਾਂਦਾ ਕਿ ਉਹ ਇੱਥੇ ਆ ਕੇ ਅਸਾਈਲਮ ਲੈ ਸਕਦਾ, ਜਿੱਦਾਂ ਮਰਜ਼ੀ ਉਹਨੇ ਬਾਰਡਰ ਕ੍ਰਾਸ ਕੀਤਾ ਹੋਵੇ। ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੇ ਇਹ ਕਿਹਾ ਸੀ ਕਿ ਇਹ ਜਿਹੜਾ ਲਗਾਤਾਰ ਵੱਧ ਰਿਹਾ ਆ, ਇਹਦੇ ਵਿੱਚ ਉਹਨਾਂ ਨੇ ਫਿਰ ਇਹ ਅਨਾਊਂਸਮੈਂਟ ਕੀਤੀ ਸੀ ਕਿ ਇਹਨਾਂ ਨੂੰ ਇਹਦੇ ਤਹਿਤ ਪਿੱਛੇ ਭੇਜਿਆ ਜਾ ਸਕਦਾ। ਹੁਣ ਜੇ ਉਹ ਕ੍ਰਾਸ ਕਰ ਜਾਂਦੇ ਆ ਤਾਂ ਇਹ ਤੋਂ ਬਾਅਦ ਹੁੰਦਾ ਕੀ ਆ? ਜੇ ਜਿਨ੍ਹਾਂ ਨੂੰ ਮਤਲਬ ਕ੍ਰਾਸ ਨਹੀਂ ਕੀਤਾ, ਐਕਸਪੈਲ ਨਹੀਂ ਕੀਤਾ ਜਾ ਸਕਦਾ ਟਾਈਟਲ 42 ਦੇ ਤਹਿਤ, ਉਹਨਾਂ ਨੂੰ ਇੱਥੇ ਰੱਖਣਾ ਹੀ ਪੈਂਦਾ। ਉੱਥੇ ਇਹ ਵੀ ਗੱਲ ਦੇਖਣ ਵਾਲੀ ਆ ਕਿ ਜਦੋਂ ਇਹ ਇੱਕ ਵਾਰੀ ਵਾਪਸ ਭੇਜ ਦਿੰਦੇ ਉਹ ਦੁਬਾਰਾ ਫਿਰ ਆ ਜਾਂਦੇ ਆ ਔਰ ਕਿੰਨੀ ਵਾਰੀ ਆਉਂਦੇ ਆ। ਤੇ ਜਿਨ੍ਹਾਂ ਨੂੰ ਇੱਥੇ ਇੱਕ ਵਾਰੀ ਵਾਪਸ ਨਹੀਂ ਭੇਜਿਆ ਜਾ ਸਕਦਾ ਉਹ ਫਿਰ ਇੱਥੇ ਆ ਕੇ ਵਰਕ ਪਰਮਿਟ ਵੀ ਲੈਂਦੇ ਆ, ਉਹ ਕੋਰਟ ਦੀ ਹੀਅਰਿੰਗ ਦੇ ਵਿੱਚ ਵੀ ਜਾਂਦੇ ਆ, ਉਹਨਾਂ ਦਾ ਕੇਸ ਚੱਲਣ ਲੱਗ ਜਾਂਦਾ। ਹਾਲਾਂਕਿ ਉਹਨਾਂ ਦੇ ਉੱਤੇ ਜਿਹੜੇ ਚੈੱਕ-ਇਨਸ ਵੀ ਹੁੰਦੇ ਆ, ਉਹਨਾਂ ਦੀ ਇਲੈਕਟ੍ਰੋਨਿਕ ਮੋਨੀਟਰਿੰਗ ਵੀ ਹੁੰਦੀ ਆ, ਉਹਨਾਂ ਦੇ ਗਿੱਟੇ ਦੇ ਵਿੱਚ ਉਹ ਕੋਈ ਉਹ ਮਤਲਬ ਕੜਾ ਜਿਹਾ ਵੀ ਪਾ ਦਿੰਦੇ ਤਾਂ ਕਿ ਪਤਾ ਰਹੇ ਬੰਦਾ ਕਿੱਥੋਂ ਕਿੱਥੇ ਜਾਂਦਾ ਆ। ਜੇ ਉਹ ਹੀਅਰਿੰਗ ਮਿਸ ਕਰਦੇ ਆ ਜਾਂ ਕੋਰਟ ਦੇ ਵਿੱਚ ਨਹੀਂ ਆਉਂਦੇ ਤਾਂ ਉਹਨਾਂ ਨੂੰ ਡਿਪੋਰਟ ਵੀ ਕੀਤਾ ਜਾ ਸਕਦਾ ਹੈ। ਜਿਹੜੇ ਰਿਪਬਲਿਕਨ ਗਵਰਨਰਸ ਨੇ ਟੈਕਸਸ ਦੇ ਵਿੱਚ ਤੇ ਐਰੀਜ਼ੋਨਾ ਦੇ ਵਿੱਚ, ਉਹਨਾਂ ਨੇ ਹਜ਼ਾਰਾਂ ਜਿਹੜੇ ਮਾਈਗਰੈਂਟਸ ਆ ਪਿਛਲੇ ਸਾਲ ਦੇ ਵਿੱਚ ਵੀ ਜਿਹੜੀਆਂ ਦੂਜੇ ਸ਼ਹਿਰ ਨੇ ਇੱਧਰ ਨਿਊਯਾਰਕ, ਵਾਸ਼ਿੰਗਟਨ DC ਦਾ ਉਹਨਾਂ ਥਾਵਾਂ ਦੇ ਉੱਤੇ ਭੇਜਣੇ ਸ਼ੁਰੂ ਕਰ ਦਿੱਤੇ ਸੀ, ਕਿਉਂਕਿ ਉੱਥੇ ਉਹ ਕਹਿੰਦੇ ਸੀ ਪ੍ਰੈਸ਼ਰ ਬਹੁਤ ਜ਼ਿਆਦਾ ਆ। ਹੁਣ ਲੀਗਲੀ ਇੱਥੇ ਅਮਰੀਕਾ ਦੇ ਵਿੱਚ ਆਉਣਾ ਉਨਾ ਸੌਖਾ ਨਹੀਂ ਆ। ਇਹਨਾਂ ਨੇ ਦੱਸਿਆ ਸੀ ਕਿ ਅਸੀਂ ਬਾਈ ਏਅਰ ਜਿਹੜੇ 30,000 ਮਾਈਗਰੈਂਟਸ ਆ ਉਹ ਐਡਮਿਟ ਕਰ ਸਕਦੇ ਆ ਕਿਊਬਾ ਤੋਂ, ਹੈਤੀ ਤੋਂ ਤੇ ਵੈਨਜ਼ੂਏਲਾ ਤੇ ਦੂਜੇ ਦੇਸ਼ਾਂ ਦੇ ਉੱਤੇ ਜਿਹੜੇ ਹਿਊਮੈਨਿਟੇਰੀਅਨ ਗਰਾਊਂਡ ਦੇ ਉੱਤੇ। ਸੋ ਕੁਦਰਤੀ ਤੌਰ ਤੇ ਇੱਕੋ ਇੱਕ ਲੋਕਾਂ ਕੋਲੇ ਰਸਤਾ ਬਚ ਜਾਂਦਾ ਉਧਰਲੇ ਪਾਸੇ ਅਮਰੀਕਾ ਦੇ ਵਿੱਚ ਦਾਖਲ ਹੋਣ ਦਾ। ਦੇਖੋ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦੌਰੇ ਦਾ ਸਿੱਟਾ ਨਿਕਲਦਾ, ਪਰ ਇਹ ਜਿਹੜਾ ਇਹਨਾਂ ਦੀ ਵਿਜ਼ਿਟ ਆ ਰਾਸ਼ਟਰਪਤੀ ਜੋ ਬਾਈਡਨ ਦੀ ਬਹੁਤ ਚਰਚਾ ਦੇ ਵਿੱਚ ਆ, ਜਿਹੜੀ ਐਲ ਪੈਸੋ ਦੇ ਵਿੱਚ ਉਹਨਾਂ ਨੇ ਕੀਤੀ ਹੈ। ਥੋੜ੍ਹੀ ਜਿਹੀ ਗੱਲਬਾਤ ਜਿਹੜੀ ਸਾਡੇ ਸਾਬਕਾ ਰਾਸ਼ਟਰਪਤੀ ਅਮਰੀਕਾ ਦੇ ਡੋਨਲਡ ਟਰੰਪ ਹੋਣਾ ਬਾਰੇ। ਡੋਨਲਡ ਟਰੰਪ ਅਜੇ ਵੀ ਰਾਜਨੀਤੀ ਦੇ ਵਿੱਚ ਉਸੇ ਤਰ੍ਹਾਂ ਉਹਨਾਂ ਦੀ ਚਰਚਾ ਹੋ ਰਹੀ ਹੈ। ਥੋੜ੍ਹੇ ਦਿਨ ਪਹਿਲਾਂ ਆਪਾਂ ਜ਼ਿਕਰ ਕੀਤਾ ਸੀ ਕੈਵਿਨ ਕੈਥੇ ਦਾ ਨਾਂ ਸਪੀਕਰ ਦੇ ਲਈ ਆ ਰਿਹਾ ਸੀ, ਜਿੱਤ ਨਹੀਂ ਸੀ ਰਹੇ। ਉਹ ਲਗਾਤਾਰ 15 ਰਾਊਂਡ ਵੋਟਾਂ ਦੇ ਪਏ ਤੇ ਫਿਰ ਜਾ ਕੇ ਉਹ ਜਿੱਤੇ। ਹੁਣ ਕਿਹਾ ਇਹ ਜਾ ਰਿਹਾ ਕਿ ਇਸ ਸਮੱਸਿਆ ਨੂੰ, ਅਮਰੀਕਾ ਨੂੰ ਇਸ ਸੰਕਟ ਦੇ ਵਿੱਚੋਂ ਕੱਢਣ ਦੇ ਪਿੱਛੇ, ਜਾਂ ਇੱਦਾਂ ਕਹਿ ਲਓ ਕਿ ਕੈਵਿਨ ਕੈਥੇ ਨੂੰ ਸਪੀਕਰ ਬਣਾਉਣ ਦੇ ਪਿੱਛੇ ਡੋਨਲਡ ਟਰੰਪ ਉਹਨਾਂ ਦਾ ਪੂਰਾ ਹੱਥ ਆ। ਜੇ ਉਹਨਾਂ ਦੀ ਸਪੋਰਟ ਨਾ ਹੁੰਦੀ ਤਾਂ ਗੱਲਬਾਤ ਹੱਲ ਨਹੀਂ ਸੀ ਹੁੰਦੀ।
ਜੋ ਕੁਛ ਉਹਨਾਂ ਨੇ ਕਿਹਾ ਡੋਨਲਡ ਟਰੰਪ ਉਹਨਾਂ ਨੇ ਕਿ ਫੇਕ ਨਿਊਜ਼ ਮੀਡੀਆ ਜਿਹੜਾ ਸ਼ਬਦ ਉਹ ਆਮ ਤੌਰ ਤੇ ਵਰਤਦੇ ਹੀ ਆ ਕਿ ਉਹ ਮੰਨੇ ਨਾ ਮੰਨੇ, ਪਰ ਮੈਂ ਸਿੱਧੀ ਮਦਦ ਕੀਤੀ ਹੈ ਕੈਵਨ ਮਕਰਥੀ ਦੀ ਤਾਂ ਕਿ ਉਹ ਇਸ ਪੋਜੀਸ਼ਨ ਦੇ ਉੱਤੇ ਆ ਸਕਣ। ਉਹਨਾਂ ਦੀ ਪੋਸਟ ਜਿਹੜੀ ਟਰੁੱਥ ਸੋਸ਼ਲ ਪਲੇਟਫਾਰਮ ਆ ਉਹਦੇ ਉੱਤੇ ਸੈਟਰਡੇ ਨੂੰ ਡੋਨਲਡ ਟਰੰਪ ਇਹ ਲਿਖ ਰਹੇ ਆ ਵੀ ਜਿਹੜਾ ਫੇਕ ਨਿਊਜ਼ ਮੀਡੀਆ ਉਹ ਮੰਨੋ ਨਾ ਮੰਨੋ ਪਰ ਮੈਂ ਮਦਦ ਕਰਕੇ ਤੇ ਉਹਨੂੰ ਬਿਠਾਇਆ। ਤੇ ਨਾਲ ਉਹਨਾਂ ਨੇ ਇਹ ਕਿਹਾ ਵੀ ਮੈਂ ਬਹੁਤ ਇੱਕ ਜਿਹੜਾ ਆਪਣੇ ਦੇਸ਼ ਦੇ ਲਈ ਇੱਕ ਬਿਗ ਫੇਵਰ ਕੀਤਾ ਹੈ। ਹੁਣ ਦੂਜੇ ਪਾਸੇ ਜਿਹੜੇ ਉਮੀਦਵਾਰ ਸੀਗੇ ਕੈਵਨ ਮਕਰਥੀ ਮੁੱਕਰਦੇ ਉਹ ਵੀ ਨਹੀਂ ਇਸ ਗੱਲ ਤੋਂ। ਉਹ ਕਹਿੰਦੇ ਵੀ ਇਹ ਕੋਈ ਲੁਕੀ ਛਿਪੀ ਗੱਲ ਤਾਂ ਹੈ ਹੀ ਨਹੀਂ, ਵੀ ਉਹਨਾਂ ਦੀ ਸਪੋਰਟ ਸ਼ੁਰੂ ਤੋਂ ਹੀ ਮੈਨੂੰ ਰਹੀ ਆ ਤੇ ਇਸ ਕੰਮ ਦੇ ਵਿੱਚ ਵੀ ਉਹਨਾਂ ਦਾ ਵੱਡਾ ਯੋਗਦਾਨ ਹੈ। ਸੋ ਇੱਥੇ ਦੇਖ ਲਓ ਕਿ ਭਾਵੇਂ ਜਿੰਨਾ ਮਰਜ਼ੀ ਰੌਲਾ ਗੋਲਾ ਪੈ ਜਾਵੇ, ਜਨਵਰੀ 6 ਵਾਲਾ ਹੋਰ ਟੈਕਸ ਸਾਰਾ ਕੁਛ, ਉਹਦੇ ਬਾਵਜੂਦ ਡੋਨਲਡ ਟਰੰਪ ਦੀ ਅਮਰੀਕਾ ਦੀ ਰਾਜਨੀਤੀ ਦੇ ਵਿੱਚ ਹਜੇ ਤੱਕ ਇੰਨੀ ਪੁੱਛਗਿੱਛ ਆ ਵੀ ਕਿਸੇ ਮਾਮਲੇ ਦੇ ਵਿੱਚ ਉਹਨਾਂ ਨੂੰ ਉਹ ਮਤਲਬ ਆਪਣਾ ਇਨਫਲੂਐਂਸ ਰੱਖਦੇ ਆ, ਆਪਣਾ ਅਸਰ ਰੱਖਦੇ ਆ, ਕਿਸੇ ਕੁਛ ਨੂੰ ਵੀ ਬਦਲ ਦੇ ਵਿੱਚ ਉਹ ਸਾਹਮਣੇ ਹੋ ਸਕਦੇ ਆ। ਹੁਣ ਇਹ ਜਿੰਨੇ ਦਿਨ ਵੋਟਿੰਗ ਦਾ ਪ੍ਰੋਸੈਸ ਚੱਲਿਆ ਉਹਨਾਂ ਸਾਰਿਆਂ ਦੇ ਵਿੱਚ ਜਿਹੜੇ ਟਰੰਪ ਸੀਗੇ ਇਹਨਾਂ ਨੇ ਨੇੜੇ ਦਾ ਰਾਬਤਾ ਬਣਾ ਕੇ ਰੱਖਿਆ ਸਾਬਕਾ ਰਾਸ਼ਟਰਪਤੀ ਟਰੰਪ ਨੇ। ਉਹਨਾਂ ਜਿਹੜੇ ਰਿਪਰੈਜ਼ੈਂਟੇਟਿਵ ਸੀਗੇ ਜਿਨ੍ਹਾਂ ਦਾ ਸਿੱਧਾ ਯੋਗਦਾਨ ਸੀ ਕੈਵਨ ਮਕਰਥੀ ਨੂੰ ਉੱਥੋਂ ਰੋਕਣ ਦੇ ਵਿੱਚ, ਮੁੱਖ ਨਾਂ ਉਹਨਾਂ ਦੇ ਵਿੱਚ ਮੈਟ ਗੈਟੇਜ਼ ਦਾ ਦੱਸਦੇ ਜਿਹੜੇ ਫਲੋਰੀਡਾ ਤੋਂ ਨੇ, ਤੇ ਉਹਨਾਂ ਦੇ ਨਾਲ ਕਹਿੰਦੇ ਸਿੱਧੀ ਇਹਨਾਂ ਨੇ ਗੱਲਬਾਤ ਫੋਨ ਦੇ ਉੱਤੇ ਕੀਤੀ ਹੈ। ਨਿਊਯਾਰਕ ਟਾਈਮ ਦੀ ਰਿਪੋਰਟ ਦੱਸਦੀ ਹੈ। ਇਸੇ ਤਰ੍ਹਾਂ ਹੀ ਸਾਬਕਾ ਰਾਸ਼ਟਰਪਤੀ ਨੇ ਐਂਡੀ ਬਿਗਸ ਦੇ ਨਾਲ ਜਿਹੜੇ ਐਰੀਜ਼ੋਨਾ ਤੋਂ ਆ, ਖਾਸ ਤੌਰ ਤੇ ਮਕਰਥੀ ਦਾ ਵਿਰੋਧ ਕਰ ਰਹੇ ਸੀ, ਉਹਨਾਂ ਦੇ ਨਾਲ ਫੋਨ ਦੇ ਉੱਤੇ ਗੱਲਬਾਤ ਕੀਤੀ ਹੈ। ਇਹ ਵੀ ਦੱਸਦੇ ਆ ਕਿ ਮਾਰਜਰੀ ਟੇਲਰ ਗ੍ਰੀਨ ਦੇ ਨਾਲ ਵੀ ਸਾਬਕਾ ਰਾਸ਼ਟਰਪਤੀ ਟਰੰਪ ਦੀ ਗੱਲਬਾਤ ਹੋਈ ਹੈ। ਉਹਨੇ ਜਿੰਨੀ ਲਿਸਟ ਸੀਗੀ ਉਹਨਾਂ ਦੇ ਵਿੱਚ, ਚਾਹੇ ਉਹ ਮੈਟ ਰੋਜ਼ਨਡੇਲ ਸੀਗੇ, ਉਹਨਾਂ ਦੇ ਨਾਲ ਇਹਨਾਂ ਦੀ ਗੱਲਬਾਤ ਹੋਈ ਹੈ, ਇੰਟਰੈਕਸ਼ਨ ਹੋਈ ਆ, ਜਿਹਦੇ ਉੱਤੇ ਉਹਨਾਂ ਨੇ ਦੱਸਿਆ ਕਿ ਜਿਹੜੇ ਸਾਬਕਾ ਰਾਸ਼ਟਰਪਤੀ ਟਰੰਪ ਨੇ ਉਹਦੇ ਵਿੱਚ ਸਪੋਰਟ ਕਰ ਰਿਹਾ। ਇਹਨਾਂ ਨੇ ਐਂਡੋਸ ਕਰ ਦਿੱਤਾ ਸੀ ਕੈਵਨ ਮਕਰਥੀ ਨੂੰ, ਪਰ ਫੇਰ ਵੀ ਵੋਟਾਂ ਇਹਨਾਂ ਦੇ ਹੱਕ ਵਿੱਚ ਨਹੀਂ ਪੈ ਰਹੀਆਂ ਸੀ। ਸੋ ਜਿੱਥੇ ਇੱਕ ਬੜੀ ਚੰਗੀ ਗੱਲ ਆ ਕਿ ਸੰਵਿਧਾਨਕ ਸੰਕਟ ਦੇ ਵਿੱਚੋਂ ਅਮਰੀਕਾ ਬਾਹਰ ਆਇਆ 100 ਸਾਲ ਬਾਅਦ ਜਿਹੜਾ ਪੈਦਾ ਹੋਇਆ ਸੀ, ਤੇ ਉਹਦੇ ਬਾਹਰ ਆਉਣ ਦੇ ਵਿੱਚ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦਾ ਸਿੱਧਾ ਯੋਗਦਾਨ ਦੱਸਿਆ ਜਾ ਰਿਹਾ। ਅਮਰੀਕਾ ਦੇ ਵਿੱਚ ਗਨ ਵਾਇਲੈਂਸ ਹਮੇਸ਼ਾ ਹੀ ਚਰਚਾ ਦੇ ਵਿੱਚ ਰਹਿੰਦੀ ਆ, ਤੇ ਹੁਣ ਜਿਹੜੀ ਖਬਰ ਆ ਰਹੀ ਹੈ, ਇੱਕ ਬੜੀ ਮੰਦਭਾਗੀ ਖਬਰ ਆ ਕਿ ਇੱਕ 6 ਸਾਲਾ ਬੱਚੇ ਨੇ ਟੀਚਰ ਨੂੰ ਗੋਲੀ ਮਾਰ ਦਿੱਤੀ ਹੈ, ਜਿਹੜੀ ਕਿ ਬਲਕਿ ਹੀ ਦਿਲ ਦਹਿਲਾ ਦੇਣ ਵਾਲੀ ਗੱਲ ਆ। ਰਿਚਮੰਡ ਵਰਜੀਨੀਆ ਦੀ ਇਹ ਖਬਰ ਆ ਕਿ 6 ਸਾਲਾ ਇੱਕ ਬੱਚਾ, ਇੱਕ ਜਿਹੜਾ ਟੀਚਰ ਦੱਸਿਆ ਜਾ ਰਿਹਾ, ਇੱਕ ਬਹੁਤ ਹਾਰਡ ਵਰਕਿੰਗ ਸੀਗੀ, ਉਹਨੂੰ ਇਹਨੇ ਗੋਲੀ ਮਾਰ ਦਿੱਤੀ ਹੈ, ਜਿਹੜੀ ਬਚਾਅ ਤਾਂ ਹੋ ਗਿਆ, ਪਰ ਇਸ ਖਬਰ ਨੇ ਆਪਣੇ ਆਪ ਦੇ ਵਿੱਚ ਲੋਕਾਂ ਨੂੰ ਚਿੰਤਾ ਦੇ ਵਿੱਚ ਪਾ ਦਿੱਤਾ ਹੈ। ਜਿਹੜੇ ਫਸਟ ਗ੍ਰੇਡ ਟੀਚਰ 25 ਸਾਲ ਉਹਦੀ ਉਮਰ ਸੀ, ਸ਼ੁੱਕਰਵਾਰ ਦੀ ਇਹ ਘਟਨਾ ਆ ਵਿਸਟਨਕ ਐਲੀਮੈਂਟਰੀ ਸਕੂਲ ਦੀ, ਤੇ ਉਸ ਤੋਂ ਬਾਅਦ ਪੁਲਿਸ ਆ ਗਈ, ਉਹਨਾਂ ਨੇ ਜਲਦੀ ਉਹਨੂੰ ਗ੍ਰਿਫਤਾਰ ਕਰ ਲਿਆ, ਪਰ ਹੁਣ ਕਿਉਂਕਿ ਉਹਦੀ ਉਮਰ ਇੰਨੀ ਘੱਟ ਆ ਵੀ ਉਹਦੇ 'ਤੇ ਕਾਰਵਾਈ ਕੁਛ ਨਹੀਂ ਕੀਤੀ ਜਾ ਸਕਦੀ। ਤੇ ਇਹ ਛੋਟੇ ਬੱਚੇ 6 ਸਾਲ ਦੇ ਬੱਚੇ ਦੇ ਹੱਥ ਦੇ ਵਿੱਚ ਹੈਂਡਗਨ ਆ ਜਾਣੀ ਤੇ ਉਹ ਸਕੂਲ ਜਾ ਕੇ ਟੀਚਰ ਨੂੰ ਗੋਲੀ ਮਾਰ ਦੇਵੇ। ਕਈ ਵਾਰੀ ਹੁੰਦਾ ਕਿ ਬਹੁਤ ਸਾਰੀਆਂ ਘਟਨਾਵਾਂ ਐਕਸੀਡੈਂਟਸ ਦੇ ਵਿੱਚ ਹੋ ਜਾਂਦੀਆਂ, ਕਿਉਂਕਿ ਐਕਸੀਡੈਂਟਲੀ ਕਿਸੇ ਦੇ ਹੱਥ ਦੇ ਵਿੱਚ ਕੋਈ ਚੱਕ ਲਿਆ ਨਿਆਣਾ ਚੋਰੀ ਕਰਦਿਆਂ ਕੋਲੋਂ, ਤੇ ਉਹਨੇ ਸਕੂਲ ਦੇ ਵਿੱਚ ਲਿਆ ਕੇ ਚਲਾ ਦਿੱਤੀ ਜਾਂ ਉਹ ਚੱਲ ਗਈ ਉਹਦੇ ਕੋਲੋਂ। ਪਰ ਇਸ ਮਾਮਲੇ ਦੇ ਵਿੱਚ ਕਹਿੰਦੇ ਇਹ ਬਾਈ ਚਾਂਸ ਨਹੀਂ ਚੱਲੀ, ਉਹਨਾਂ ਦੀ ਬਕਾਇਦਾ ਆਪਸ ਦੇ ਵਿੱਚ ਗੱਲਬਾਤ ਹੋਈ ਆ, ਕੋਈ ਮੁੱਦੇ ਦੇ ਉੱਤੇ ਬਹਿਸ ਤਾਂ ਕੀ ਹੋਣੀ ਉਸ ਬੱਚੇ ਦੇ ਨਾਲ, ਮਤਲਬ ਦੋਹਾਂ ਦੇ ਵਿੱਚ ਆਪਸ ਦੇ ਵਿੱਚ ਕੋਈ ਗੱਲਬਾਤ ਹੋਈ ਤੇ ਬੱਚੇ ਨੇ ਗੋਲੀ ਮਾਰੀ ਆ। ਹੁਣ ਉਹ ਗੱਲਬਾਤ ਕੀ ਹੋਈ ਜਾਂ ਕਿਹੜੀ ਚੀਜ਼ ਸੀ ਜਿਹਨੇ ਉਸ ਬੱਚੇ ਨੂੰ ਮਤਲਬ ਮੋਟੀਵੇਟ ਕੀਤਾ ਜਾਂ ਟ੍ਰਿਗਰ ਕਰ ਦਿੱਤਾ ਕਿ ਉਹ ਗੋਲੀ ਚਲਾ ਦੇਵੇ, ਇਹ ਹਜੇ ਤੱਕ ਕਲੀਅਰ ਨਹੀਂ ਹੋਈ। ਜਿਹੜਾ ਸਾਰੇ ਅਮਰੀਕਾ ਦੇ ਵਿੱਚ ਹੀ ਇਹ ਗੱਲਬਾਤ ਇਸ ਵੇਲੇ ਜਿਹੜੀ ਕੀਤੀ ਜਾ ਰਹੀ ਹੈ ਕਿ ਕੀ ਇਹਦਾ ਹੱਲ ਹੋਵੇ, ਕੌਣ ਇਹਦੇ ਲਈ ਜ਼ਿੰਮੇਵਾਰ ਆ। ਗਨ ਵਾਇਲੈਂਸ ਦੇ ਜਿਹੜੇ ਨੰਬਰ ਨੇ ਉਹ ਬਹੁਤ ਡਰਾਉਣੇ ਨੇ ਅਮਰੀਕਾ ਦੇ ਵਿੱਚ। ਆਪਾਂ ਪਹਿਲਾਂ ਵੀ ਕਈ ਵਾਰੀ ਜ਼ਿਕਰ ਕੀਤਾ, ਅਮਰੀਕਾ ਦੇ ਵਿੱਚ ਉਨੇ ਲੋਕ ਨਹੀਂ ਰਹਿੰਦੇ ਜਿੰਨੀਆਂ ਉੱਥੇ ਬੰਦੂਕਾਂ ਨੇ। ਹਰ ਦਿਨ 12 ਨਿਆਣੇ ਇਹ ਗਨ ਵਾਇਲੈਂਸ ਦੇ ਨਾਲ ਮਰਦੇ ਆ ਉੱਥੇ ਰੋਜ਼। ਅਮਰੀਕਾ ਦੇ ਵਿੱਚ 32 ਜ਼ਖਮੀ ਹੁੰਦੇ ਆ ਡੇਲੀ, ਬੱਚੇ ਜਿਹੜੇ ਨੇ, ਵੱਡਿਆਂ ਦੀ ਗੱਲ ਨਹੀਂ ਕਰ ਰਹੇ। ਜਿਹੜਾ ਗਨ ਵਾਇਲੈਂਸ ਆ ਜਾਂ ਜਿਹੜੀ ਗਨਜ਼ ਨੇ ਜਾਂ ਬੰਦੂਕਾਂ ਨੇ, ਇਹ ਲੀਡਿੰਗ ਕਾਜ਼ ਨੇ ਉੱਥੇ ਜਿਹੜੀ ਅਮਰੀਕਾ ਦੇ ਵਿੱਚ ਬੱਚਿਆਂ ਦੇ ਜਿਹੜੇ ਤੇ ਟੀਨਸ ਜਿਹੜੇ ਹੈਗੇ ਉਹਨਾਂ ਦੀ ਮੌਤ ਦਾ। ਜਿਹੜੇ 19 ਸਾਲ ਤੋਂ ਘੱਟ ਉਮਰ ਦੇ ਜੇ 10 ਨਿਆਣਿਆਂ ਦੀ ਮੌਤ ਕਿਸੇ ਵੀ ਕਾਰਨ ਕਰਕੇ ਹੁੰਦੀ ਆ, ਇੱਕ ਜਣਾ ਉਹਦੇ ਵਿੱਚੋਂ ਬੰਦੂਕ ਨਾਲ ਮਰਦਾ। ਔਰ ਜਿਹੜੀ ਫਾਇਰ ਆਰਮ ਆ, ਇਹਦੀ ਜਿਹੜੀ ਡੈਥ ਆ 5 ਗੁਣਾ ਜ਼ਿਆਦਾ ਹੋ ਰਹੀ ਆ ਕਿ ਕੋਈ ਬੰਦਾ ਡੁੱਬ ਕੇ ਮਰਦਾ ਹੋਵੇ। ਅਮਰੀਕਾ ਦੇ ਵਿੱਚ
2032 ਸਕੂਲ ਸ਼ੂਟਿੰਗ ਹੋਈਆਂ 1970 ਤੋਂ ਬਾਅਦ, ਤੇ ਨੰਬਰ ਲਗਾਤਾਰ ਵੱਧ ਰਿਹਾ। 948 ਸਕੂਲ ਸ਼ੂਟਿੰਗ ਜਿਹੜੀਆਂ ਆ ਇਹ ਸੈਂਡੀ ਬੁੱਕ ਐਲੀਮੈਂਟਰੀ ਸਕੂਲ ਦਸੰਬਰ 2012 ਤੋਂ ਹੋਈਆਂ। ਸਕੂਲ ਸ਼ੂਟਿੰਗ ਜਿਹੜੀ ਆ ਉਹ ਜਦੋਂ ਕੋਵਿਡ ਸੀਗਾ ਉਸ ਵੇਲੇ ਹੋਰ ਜ਼ਿਆਦਾ ਵਧੀਆਂ। ਜਿਹੜੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਅੰਕੜੇ ਇਹ ਦੱਸ ਰਹੇ ਆ। ਜਿਹੜਾ ਹਿਸਟੋਰਿਕ ਸਕੂਲ ਕੋਲੰਬੀਅਨ ਹਾਈ ਸਕੂਲ ਦੇ ਵਿੱਚ 1999 ਦੇ ਵਿੱਚ ਹੋਇਆ ਸੀ, ਜਿੱਥੇ 3 ਲੱਖ ਸਟੂਡੈਂਟ ਜਿਹੜੇ ਕੈਂਪਸ ਦੇ ਵਿੱਚ ਸੀਗੇ ਸਕੂਲ ਸ਼ੂਟਿੰਗ ਦੇ ਦੌਰਾਨ। ਸੋ ਇਹ ਉੱਥੋਂ ਦੇ ਅੰਕੜੇ, ਜਿੰਨੇ ਮਤਲਬ ਘਰਾਂ ਦੇ ਵਿੱਚ ਹਥਿਆਰ ਹੀ ਬਹੁਤ ਆ ਤਾਂ ਨਿਆਣੇ ਚੱਕ ਕੇ ਲਿਜਾਣਗੇ। 46 ਲੱਖ 4.6 ਮਿਲੀਅਨ ਅਮਰੀਕਨ ਬੱਚੇ ਉਹਨਾਂ ਘਰਾਂ ਦੇ ਵਿੱਚ ਰਹਿੰਦੇ ਆ ਜਿੱਥੇ ਘੱਟੋ ਘੱਟ ਇੱਕ ਜਿਹੜੀ ਲੋਡਡ ਤੇ ਅਨਲੌਕਡ ਬੰਦੂਕ ਪਈ ਆ, ਮਤਲਬ ਭਰੀ ਵੀ ਆ ਗੋਲੀਆਂ ਨਾਲ ਤੇ ਉਹਨੂੰ ਲੌਕ ਵੀ ਨਹੀਂ ਲੱਗਾ। 4.6 ਮਿਲੀਅਨ ਘਰਾਂ ਦੇ ਵਿੱਚ। ਤੇ ਹੁਣ ਉੱਥੋਂ ਕਿੰਨੀ ਜ਼ਿਆਦਾ ਜਿਹੜੀ ਚਾਂਸ ਹੈਗੇ ਆ, ਪ੍ਰੋਬੇਬਿਲਿਟੀ ਹੈਗੀ ਆ ਕਿ ਉੱਥੇ ਗੋਲੀ ਚੱਲ ਸਕਦੀ ਆ ਜਾਂ ਬੱਚੇ ਕੋਈ ਇਹੋ ਜਿਹੀ ਹਰਕਤ ਕਰ ਸਕਦੇ ਆ। ਸੋ ਇਸ ਬੱਚੇ ਦੁਆਰਾ ਚਲਾਈ ਗਈ ਗੋਲੀ ਦੇ ਕਾਰਨ ਆਉਣ ਵਾਲੇ ਦਿਨਾਂ ਦੇ ਵਿੱਚ ਸਾਹਮਣੇ ਆਉਣਗੇ ਕਿ ਕੀ ਕਾਰਨ ਸੀਗਾ ਕਿ ਇਸ ਚੀਜ਼ ਨੇ ਉਹਨੂੰ ਇੱਧਰਲੇ ਪਾਸੇ ਲੈ ਕੇ ਗਏ। ਇੱਕ ਬਹੁਤ ਹੀ ਹੋਣਹਾਰ ਤੇ ਜਿਹੜੀ ਡੈਡੀਕੇਟਡ ਟੀਚਰ ਸੀਗੀ ਉਹਦੇ ਗੋਲੀ ਮਾਰੀ ਗਈ ਆ, ਤੇ ਇਸ ਚੀਜ਼ ਨੇ ਦੁਬਾਰਾ ਫੇਰ ਸੋਚਣ ਲਈ ਮਜਬੂਰ ਕਰ ਦਿੱਤਾ ਲੋਕਾਂ ਨੂੰ ਕਿ ਇਹਦਾ ਹੱਲ ਕੀ ਹੋਣਾ ਚਾਹੀਦਾ ਜਾਂ ਇਹਦੇ ਪਿੱਛੇ ਜਿਹੜਾ ਕਾਰਨ ਕੀ ਹੈ। ਦੋਸਤੋ, ਇਹਦੇ ਨਾਲ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ੍ਹ ਆਪਾਂ ਫਿਰ ਹਾਜ਼ਰ ਹੋਵਾਂਗੇ। ਕੱਲ੍ਹ ਦੇ ਅਮਰੀਕਾ ਦੇ ਜਿਹੜੇ ਕੁਝ ਮੁੱਦੇ ਹੋਣਗੇ ਉਹਨਾਂ ਨੂੰ ਤੁਹਾਡੇ ਨਾਲ ਸਾਂਝਾ ਕਰਨ ਲਈ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।